ਡੀਅਰ ਸਟੂਡੈਂਟਸ, ਜੈਨਰਿਕ ਸਕਿੱਲਸ ਐਂਡ ਐਂਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਜੋ ਕਿ 4th ਸਮੈਸਟਰ ਦਾ ਕਾਮਨ ਸਬਜੈਕਟ ਹੈ, ਇਸ ਦੇ ਵਿੱਚ ਆਪਾਂ ਪਹਿਲਾਂ ਐਂਟਰਪ੍ਰੀਨਿਓਰਸ਼ਿਪ ਚੈਪਟਰ ਜੋ ਹੈ ਉਸ ਦੇ ਬਾਰੇ ਵਿੱਚ ਆਪਾਂ ਪੜ੍ਹਨਾ ਸ਼ੁਰੂ ਕੀਤਾ ਸੀ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਐਂਟਰਪ੍ਰੀਨਿਓਰਸ਼ਿਪ ਕੀ ਹੈ, ਕੁਆਲਿਟੀਜ਼ ਆਫ ਐਂਟਰਪ੍ਰੀਨਿਓਰ ਕੀ ਹੁੰਦੀਆਂ, ਇਸ ਬਾਰੇ ਆਪਾਂ ਡਿਸਕਸ ਕਰ ਚੁੱਕੇ ਹਾਂ। ਇਸ ਤੋਂ ਅਗਲਾ ਟੌਪਿਕ ਜੋ ਹੈ ਮਾਰਕੀਟ ਸਰਵੇ ਐਂਡ ਅਪਰਚੁਨਿਟੀ ਆਈਡੈਂਟੀਫਿਕੇਸ਼ਨ, ਉਸ ਦੇ ਬਾਰੇ ਵਿੱਚ ਆਪਾਂ ਡਿਸਕਸ ਕਰਾਂਗੇ। ਮਾਰਕੀਟ ਸਰਵੇ ਐਂਡ ਅਪਰਚੁਨਿਟੀ ਆਈਡੈਂਟੀਫਿਕੇਸ਼ਨ, ਇਸ ਦੇ ਵਿੱਚ ਅੱਗੇ ਅਲੱਗ-ਅਲੱਗ 5 ਪਾਰਟਸ ਨੇ। ਹਾਊ ਟੂ ਸਟਾਰਟ ਅ ਸਮਾਲ ਸਕੇਲ ਇੰਡਸਟਰੀ, procedures for registration of small scale industry, assessment of demand and supply in potential areas of growth, understanding business opportunity, consideration in product selection। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਪਹਿਲੇ ਦੋ ਜਿਹੜੇ ਇਸ ਦੇ ਪਾਰਟ ਨੇ, ਹਾਊ ਟੂ ਸਟਾਰਟ ਅ ਸਮਾਲ ਸਕੇਲ ਇੰਡਸਟਰੀ, ਪ੍ਰੋਸੀਜਰ ਫॉर ਰਜਿਸਟ੍ਰੇਸ਼ਨ ਆਫ ਸਮਾਲ ਸਕੇਲ ਇੰਡਸਟਰੀ, ਇਹ ਦੋ ਟੌਪਿਕ ਅੱਜ ਆਪਾਂ ਡਿਸਕਸ ਕਰਾਂਗੇ। ਬਾਕੀ ਦੇ ਤਿੰਨ ਜੋ ਹੈ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਡਿਸਕਸ ਕਰਦੇ ਹਾਂ ਕਿ ਇੰਡਸਟਰੀ ਕੀ ਚੀਜ਼ ਹੈ। ਇੰਡਸਟਰੀ ਰੈਫਰਸ ਟੂ ਏ ਪਾਰਟ ਆਫ ਬਿਜ਼ਨਸ ਐਕਟੀਵਿਟੀਜ਼ concerned with production of satisfying goods through utilization of available material and other resources। ਕੁਛ ਮਟੀਰੀਅਲ ਜਿਹੜਾ ਅਵੇਲੇਬਲ ਹੈ ਉਸ ਨੂੰ ਯੂਜ ਕਰਕੇ ਇੱਕ ਇਹੋ ਜਿਹੀ ਚੀਜ਼ ਬਣਾ ਦੇਣੀ ਜਿਹੜੀ ਕਿ ਯੂਟੀਲਾਈਜ਼ ਹੋਵੇ ਜਾਂ ਫਰਦਰ ਉਸ ਤੋਂ ਹੋਰ ਯੂਟੀਲਾਈਜ਼ ਹੋਣ ਵਾਲੀ ਚੀਜ਼ ਬਣੇ। ਇਸ ਤਰ੍ਹਾਂ ਦੇ ਬਿਜ਼ਨਸ ਨੂੰ ਅਸੀਂ ਕਹਿੰਦੇ ਹਾਂ ਇੰਡਸਟਰੀ। ਇੰਡਸਟਰੀ ਯੂਟੀਲਾਈਜ਼ਸ ਨੈਚੁਰਲ ਰਿਸੋਰਸਿਸ ਐਂਡ ਬ੍ਰਿੰਗਸ them into form useful for consumption or further use। Small industry is an important sector of Indian economy। Small industry ਇੱਕ ਤਾਂ employment ਦਿੰਦੀ ਹੈ। It provides large scale employment with low resources and contributes to 40% of exports। ਜਿਹੜੀ ਸਮਾਲ ਇੰਡਸਟਰੀ ਨੂੰ ਤਾਂ ਜ਼ਿਆਦਾਤਰ ਸਬਸਿਡੀਜ਼ ਵੀ ਮਿਲਦੀਆਂ, ਬੈਨੀਫਿਟ ਇਨਸੈਂਟਿਵ ਜਿਹੜੇ ਦਿੱਤੇ ਜਾਂਦੇ ਹੈ ਉਹ ਇਸ ਕਰਕੇ ਦਿੱਤੇ ਜਾਂਦੇ ਹੈ ਕਿ ਇੱਕ ਤਾਂ ਇਹ ਥੋੜ੍ਹੇ ਰਿਸੋਰਸ ਯੂਜ ਕਰਕੇ ਅਤੇ ਇੰਪਲਾਈਮੈਂਟ ਜ਼ਿਆਦਾ ਦਿੰਦੀ ਹੈ ਅਤੇ ਐਕਸਪੋਰਟਸ ਦੇ ਪ੍ਰਤੀ ਵੀ ਇਹ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ ਇਸ ਦੀ। ਇੰਡਸਟਰੀ ਦੀਆਂ ਟਾਈਪਸ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੀਆਂ ਨੇ। ਲਾਰਜ ਸਕੇਲ ਇੰਡਸਟਰੀ, ਮੀਡੀਅਮ ਸਕੇਲ ਇੰਡਸਟਰੀ, ਸਮਾਲ ਸਕੇਲ ਇੰਡਸਟਰੀ, ਮਾਈਕਰੋ ਸਕੇਲ ਇੰਡਸਟਰੀ। ਪਹਿਲਾਂ ਸਮਾਲ ਇੰਡਸਟਰੀ ਇੱਕੋ ਹੀ ਹੁੰਦੀ ਸੀ, ਹੁਣ ਸਮਾਲ ਦੇ ਵੀ ਅੱਗੋਂ ਦੋ ਪਾਰਟ ਕਰ ਦਿੱਤੇ ਗਏ ਨੇ, ਸਮਾਲ ਐਂਡ ਮਾਈਕਰੋ ਸਕੇਲ ਇੰਡਸਟਰੀ। ਹੁਣ ਮਾਈਕਰੋ ਨੂੰ ਜ਼ਿਆਦਾ ਇਨਸੈਂਟਿਵ ਦਿੱਤੇ ਜਾਂਦੇ ਨੇ। ਇਹ ਕਿਵੇਂ ਹੁੰਦੀਆਂ ਇਹ ਆਪਾਂ ਹੁਣ ਡਿਸਕਸ ਕਰਦੇ ਹਾਂ ਕਿ ਸਮਾਲ, ਮਾਈਕਰੋ, ਮੀਡੀਅਮ, ਲਾਰਜ ਸਕੇਲ ਇੰਡਸਟਰੀ ਕਿਹਨੂੰ ਕਿਹਾ ਜਾਂਦਾ। ਜੋ ਗੌਰਮੈਂਟ ਦੇ ਮੁਤਾਬਕ ਡੈਫੀਨੇਸ਼ਨਸ ਹੈਗੀਆਂ ਮਾਈਕਰੋ, ਸਮਾਲ ਐਂਡ ਮੀਡੀਅਮ ਸਕੇਲ ਇੰਡਸਟਰੀ ਦੀਆਂ। ਇੰਡਸਟਰੀ ਦੋ ਤਰ੍ਹਾਂ ਦੀ, ਇੱਕ ਤਾਂ ਮੈਨੂਫੈਕਚਰਿੰਗ ਸੈਕਟਰ ਹੈ ਜਿੱਥੇ ਕੋਈ ਚੀਜ਼ ਬਣਾਈ ਜਾ ਰਹੀ ਹੈ, ਰਾ ਮਟੀਰੀਅਲ ਲੈ ਕੇ ਅਤੇ ਕੋਈ ਨਵੀਂ ਚੀਜ਼ ਜਿਹੜੀ ਹੈ ਬਣਾਈ ਜਾ ਰਹੀ ਹੈ, ਉਹ ਤਾਂ ਹੈ ਮੈਨੂਫੈਕਚਰਿੰਗ ਸੈਕਟਰ। ਇੱਕ ਹੈ ਜਿੱਥੇ ਸਿਰਫ ਸਰਵਿਸ ਦਿੱਤੀ ਜਾਂਦੀ ਹੈ, ਕੋਈ ਨਵੀਂ ਚੀਜ਼ ਨਹੀਂ ਬਣਾਈ ਜਾਂਦੀ, ਉਹ ਸਰਵਿਸ ਸੈਕਟਰ ਹੈ। ਪਹਿਲਾਂ ਆਪਾਂ ਮੈਨੂਫੈਕਚਰਿੰਗ ਸੈਕਟਰ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ 25 ਲੱਖ ਤੋਂ ਘੱਟ ਦਾ ਪਲਾਂਟ ਐਂਡ ਮਸ਼ੀਨਰੀ ਦੀ ਇਨਵੈਸਟਮੈਂਟ ਹੁੰਦੀ ਹੈ। ਇਨਵੈਸਟਮੈਂਟ ਇਨ P&M, ਪਲਾਂਟ ਐਂਡ ਮਸ਼ੀਨਰੀ 25 ਲੱਖ ਤੋਂ ਘੱਟ ਹੈ, ਉਸ ਨੂੰ ਮਾਈਕਰੋ ਸਕੇਲ ਇੰਡਸਟਰੀ ਕਿਹਾ ਜਾਂਦਾ ਹੈ। 25 ਲੱਖ ਤੋਂ 1 ਕਰੋੜ ਤੱਕ ਨੂੰ ਸਮਾਲ ਸਕੇਲ ਇੰਡਸਟਰੀ, 5 ਕਰੋੜ ਤੋਂ 10 ਕਰੋੜ ਤੱਕ ਨੂੰ ਮੀਡੀਅਮ ਸਕੇਲ ਇੰਡਸਟਰੀ, ਅਤੇ 10 ਕਰੋੜ ਤੋਂ ਉੱਪਰ ਵਾਲੇ ਇਨਵੈਸਟਮੈਂਟ ਜੋ P&M 'ਚ ਹੁੰਦੀ ਹੈ ਉਸਨੂੰ ਲਾਰਜ ਸਕੇਲ ਇੰਡਸਟਰੀ ਕਿਹਾ ਜਾਂਦਾ ਹੈ। ਪਹਿਲਾਂ ਇਹ ਸਮਾਲ ਇੰਡਸਟਰੀ ਹੀ ਸੀ, ਹੁਣ ਇਸ ਦੇ ਦੋ ਪਾਰਟ ਕਰਕੇ ਮਾਈਕਰੋ ਐਂਡ ਸਮਾਲ ਕਰ ਦਿੱਤੇ ਗਏ ਨੇ। ਇਸੇ ਤਰ੍ਹਾਂ ਸਰਵਿਸਿੰਗ ਸੈਕਟਰ ਦੇ ਵਿੱਚ 10 ਲੱਖ ਤੋਂ ਘੱਟ ਜਦੋਂ ਪਲਾਂਟ ਐਂਡ ਮਸ਼ੀਨਰੀ ਦੇ ਵਿੱਚ ਇਨਵੈਸਟਮੈਂਟ ਹੈ ਤਾਂ ਉਹ ਮਾਈਕਰੋ ਸਕੇਲ ਸਰਵਿਸ ਸੈਕਟਰ ਇੰਡਸਟਰੀ ਹੈ। 10 ਲੱਖ ਤੋਂ 2 ਕਰੋੜ ਤੱਕ ਸਮਾਲ ਸਕੇਲ, 2 ਕਰੋੜ ਤੋਂ 5 ਕਰੋੜ ਤੱਕ ਮੀਡੀਅਮ ਸਕੇਲ, ਅਤੇ 5 ਕਰੋੜ ਤੋਂ ਉੱਪਰ ਜਿਹਦੇ 'ਚ ਇਨਵੈਸਟਮੈਂਟ ਹੈ P&M ਦੇ ਵਿੱਚ, ਉਸ ਇੰਡਸਟਰੀ ਨੂੰ ਲਾਰਜ ਸਕੇਲ ਇੰਡਸਟਰੀ ਮੰਨਿਆ ਜਾਂਦਾ ਹੈ। ਇਹ ਅਮਾਊਂਟ ਦੀ ਡੈਫੀਨੇਸ਼ਨ ਸਮੇਂ ਸਿਰ ਗੌਰਮੈਂਟ ਵੱਲੋਂ ਬਦਲੀ ਜਾਂਦੀ ਰਹਿੰਦੀ ਹੈ। ਸੋ ਇਹ ਪਹਿਲਾਂ ਕੁਛ ਹੋਰ ਸੀ, ਹੁਣ ਕੁਛ ਹੋਰ ਹੈ। ਇਹ ਜੋ ਅੱਜ ਦੀ ਹੁਣ ਦੀ ਜੋ ਡੈਫੀਨੇਸ਼ਨ ਹੈ ਉਹ ਇਹ ਹੈ ਜੋ ਇੱਥੇ ਤੁਹਾਨੂੰ ਮੈਂ ਦਿਖਾ ਰਿਹਾ। Characteristics and features of micro and small industries।
ਜੋ ਮਾਈਕਰੋ ਐਂਡ ਸਮਾਲ ਇੰਡਸਟਰੀ ਹੈ ਉਸਦੇ ਜੋ ਕਰੈਕਟਰਿਸਟਿਕਸ ਹੈ, ਫੀਚਰਸ ਹੈ, ਉਹ ਬਹੁਤ ਲਾਹੇਵੰਦ ਨੇ ਆਪਣੇ ਕੰਟਰੀ ਦੇ ਲਈ। ਸਮਾਲ ਕੈਪੀਟਲ ਇਨਵੈਸਟਮੈਂਟ ਹੁੰਦੀ ਹੈ ਇਹਦੇ ਵਿੱਚ, ਲੇਬਰ ਇੰਟੈਂਸਿਵ ਇਸ ਦੇ ਵਿੱਚ, ਮਤਲਬ ਕਿ ਲੇਬਰ ਪ੍ਰਤੀ ਇਹ ਜ਼ਿਆਦਾ ਸਾਡਾ ਜ਼ੋਰ ਹੁੰਦਾ ਅਤੇ ਪੈਸਾ ਇਸ 'ਤੇ ਘੱਟ ਲੱਗਦਾ। ਐਸਟੈਬਲਿਸ਼ਡ ਇਨ ਸ਼ੋਰਟ ਡਿਊਰੇਸ਼ਨ, ਥੋੜ੍ਹੇ ਸਮੇਂ ਦੇ ਵਿੱਚ ਜੋ ਐਸਟੈਬਲਿਸ਼ ਹੋ ਜਾਂਦੀ ਹੈ, ਜਲਦੀ ਸੈਟਅਪ ਹੋ ਜਾਂਦੀ ਹੈ। ਮੈਨੇਜਡ ਬਾਏ ਸਿੰਗਲ ਪਰਸਨ ਔਰ ਸਮਾਲ ਗਰੁੱਪ, ਇੱਕ ਜਾਂ ਦੋ ਜਾਂ ਤਿੰਨ ਬੰਦਿਆਂ ਦਾ ਗਰੁੱਪ ਇਸ ਨੂੰ ਚਲਾ ਲੈਂਦਾ ਹੈ। ਡਾਇਰੈਕਟ ਪਾਰਟੀਸਪੇਸ਼ਨ ਆਫ ਓਨਰ ਖੁਦ ਇਸ ਦੇ ਹਰੇਕ ਡਿਸੀਜਨ ਦੇ ਵਿੱਚ ਪਾਰਟੀਸਪੇਟ ਕਰਦਾ ਹੈ। ਯੂਜ ਲੋਕਲੀ ਅਵੇਲੇਬਲ ਰਾ ਮਟੀਰੀਅਲ, ਜੋ ਰਾ ਮਟੀਰੀਅਲ ਆਮ ਉੱਥੇ ਮਾਰਕੀਟ ਦੇ ਵਿੱਚ ਲੋਕਲ ਅਵੇਲੇਬਲ ਹੈ ਉੱਥੇ ਹੀ ਇੰਡਸਟਰੀ ਜ਼ਿਆਦਾਤਰ ਲਾਈ ਜਾਂਦੀ ਹੈ। ਇਟ ਕ੍ਰੀਏਟ ਇਕੋਨੋਮਿਕ ਸਟੈਬਿਲਿਟੀ, ਜਿਹੜੇ ਬੈਕਵਰਡ ਏਰੀਆਜ਼ ਨੇ ਉਹਨਾਂ ਵਿੱਚ ਇਕੋਨੋਮੀ ਨੂੰ ਬੂਸਟ ਦਿੰਦੀ ਹੈ। ਕ੍ਰੀਏਟ ਜੋਬਸ ਫॉर ਅਨਇੰਪਲਾਇਡ, ਹੈਲਪ ਦਾ ਨੇਸ਼ਨ ਬਾਈ ਐਕਸਪੋਰਟ, ਜਦੋਂ ਐਕਸਪੋਰਟ ਕਰਦੇ ਹਾਂ ਫੋਰਨ ਕਰੰਸੀ ਦੇਸ਼ ਦੀ ਬਚਦੀ ਹੈ ਜਾਂ ਹੋਰ ਆਉਂਦੀ ਹੈ ਜੋ ਕਿ ਨੇਸ਼ਨ ਦਾ ਬਹੁਤ ਵਧੀਆ ਉਹਦੇ ਨਾਲ ਹੈਲਪ ਹੁੰਦੀ ਹੈ। ਫਲੈਕਸੀਬਲ ਐਂਡ ਐਡਜਸਟੇਬਲ ਟੂ ਨਿਊ ਟੈਕਨੋਲੋਜੀ, ਕਿਉਂਕਿ ਇਨਵੈਸਟਮੈਂਟ ਥੋੜ੍ਹੀ ਕੀਤੀ ਗਈ ਹੁੰਦੀ ਹੈ ਅਤੇ ਜਲਦੀ ਇਹ ਨਵੀਂ ਟੈਕਨੋਲੋਜੀ ਪ੍ਰਤੀ ਐਡਜਸਟੇਬਲ ਹੋ ਜਾਂਦੀ ਹੈ। ਫਲੈਕਸੀਬਲ ਇਨਵੈਸਟਮੈਂਟ ਇਸ ਦੇ ਵਿੱਚ ਹੋ ਜਾਂਦੀ ਹੈ। ਓਬਜੈਕਟਿਵਸ ਆਫ ਮਾਈਕਰੋ ਐਂਡ ਸਮਾਲ ਇੰਡਸਟਰੀ, ਆਪਣੇ ਕੀ ਟਾਰਗੇਟ ਕੀ ਹੁੰਦੇ ਨੇ ਮਾਈਕਰੋ ਐਂਡ ਸਮਾਲ ਇੰਡਸਟਰੀ ਸ਼ੁਰੂ ਕਰਨ ਦੇ ਵਾਸਤੇ। ਟੂ ਅਟੇਨ ਸੈਲਫ ਡਿਪੈਂਡੈਂਸ, ਖੁਦ 'ਤੇ ਮਤਲਬ ਕਿ ਆਪਣੀ ਡਿਪੈਂਡੈਂਸ ਆਪਣੇ ਆਪ 'ਤੇ ਹੋ ਜਾਂਦੀ ਹੈ ਜਿਹੜਾ ਬੰਦਾ ਇੰਡਸਟਰੀ ਲਾ ਲੈਂਦਾ ਹੈ। ਲਾਰਜ ਸਕੇਲ ਇੰਪਲਾਇਮੈਂਟ ਦਿੰਦਾ ਹੈ ਵਿਦ ਲੋ ਇਨਵੈਸਟਮੈਂਟ। ਰਿਮੂਵ ਇਕਨੋਮਿਕ ਬੈਕਵਰਡਨੈਸ ਆਫ ਰੂਰਲ ਐਂਡ ਬੈਕਵਰਡ ਏਰੀਆਜ਼। ਇਕੁਅਲ ਡਿਸਟਰੀਬਿਊਸ਼ਨ ਆਫ ਇਨਕਮ ਐਂਡ ਵੈਲਥ। ਇਨਕਰੀਜ਼ ਸਟੈਂਡਰਡ ਆਫ ਲਿਵਿੰਗ ਓਨਰ ਦੇ ਜਾਂ ਜਿਹੜੇ ਵਰਕਰ ਹੈ ਜਾਂ ਜਿਹੜਾ ਆਲਾ ਦੁਆਲਾ ਉੱਥੋਂ ਦਾ ਸਟੈਂਡਰਡ ਆਫ ਲਿਵਿੰਗ ਇੰਪਰੂਵ ਹੁੰਦਾ ਹੈ। ਬਾਈ ਅਡੈਪਟਿੰਗ ਨਿਊ ਟੈਕਨੋਲੋਜੀਜ਼ ਪ੍ਰੋਵਾਈਡ ਬੈਟਰ ਪ੍ਰੋਡਕਟਸ ਐਟ ਲੋਅਰ ਕੋਸਟ। ਨਵੀਆਂ ਟੈਕਨੋਲੋਜੀ ਜਦੋਂ ਇਸ ਦੇ ਵਿੱਚ ਅਪਣਾ ਲਈਆਂ ਜਾਂਦੀਆਂ ਤਾਂ ਵਧੀਆ ਪ੍ਰੋਡਕਟਸ ਘੱਟ ਖਰਚੇ 'ਤੇ ਸਮਾਲ ਸਕੇਲ ਜਾਂ ਮਾਈਕਰੋ ਸਕੇਲ ਇੰਡਸਟਰੀ ਦੇ ਵਿੱਚੋਂ ਮਿਲ ਜਾਂਦੀਆਂ। ਸਟੈਪਸ ਫॉर ਸਟਾਰਟਿੰਗ ਐਨ ਇੰਡਸਟਰੀ, ਜਿਹੜੀ ਕੋਈ ਵੀ ਜਦੋਂ ਸਮਾਲ ਸਕੇਲ ਜਾਂ ਮਾਈਕਰੋ ਸਕੇਲ ਇੰਡਸਟਰੀ ਜਿਹੜੀ ਹੈ ਉਹ ਸ਼ੁਰੂ ਕਰਨੀ ਹੈ, ਵੈਸੇ ਕੋਈ ਵੀ ਇੰਡਸਟਰੀ ਸ਼ੁਰੂ ਕਰਨੀ ਹੈ ਤਾਂ ਆਹ ਸਾਰੇ ਜਿਹੜੇ ਨੇ ਇਹ ਸਟੈਪਸ ਹੀ ਇਨਵੋਲਵ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਹੈ ਕਿ ਆਈਡੀਆ ਆਫ ਸੈਲਫ ਇੰਪਲਾਇਡ, ਕਿ ਇੱਕ ਪਰਸਨ ਜਿਹੜਾ ਹੈਗਾ ਉਹ ਪਹਿਲਾਂ ਤਿਆਰ ਹੋਏ ਕਿ ਮੈਂ ਸੈਲਫ ਇੰਪਲਾਇਮੈਂਟ ਕਰਨੀ ਹੈ, ਮੈਂ ਆਪਣੇ ਆਪ ਨੂੰ ਉਹਨੂੰ ਮੋਟੀਵੇਟ ਕਰਨਾ, ਉੱਥੇ ਲੋਕਾਂ ਨੂੰ ਦੱਸਣਾ ਉਹਨਾਂ ਵਿੱਚੋਂ ਕਿ ਕਈਆਂ ਨੂੰ ਜਿਹੜਾ ਹੈਗਾ ਸੈਲਫ ਇੰਪਲਾਇਮੈਂਟ ਲਈ ਤਿਆਰ ਕਰਨਾ। ਦੈਨ ਐਨਾਲਿਸਿਸ ਆਫ ਐਂਟਰਪ੍ਰੇਨੋਰੀਅਲ ਇਨਵਾਇਰਮੈਂਟ, ਕਿ ਉੱਥੇ ਇਨਵਾਇਰਮੈਂਟ ਦਾ ਐਨਾਲਿਸਿਸ ਕਰਨਾ ਕਿ ਕਿਹੜੀ ਥਾਂ 'ਤੇ ਜਿਹੜਾ ਹੈਗਾ ਇਹੋ ਜਿਹਾ ਇਨਵਾਇਰਮੈਂਟ ਹੈ ਜਿੱਥੇ ਇਹੋ ਜਿਹੇ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਦੈਨ ਸਿਲੈਕਸ਼ਨ ਆਫ ਪ੍ਰੋਡਕਟ, ਕਿ ਪ੍ਰੋਡਕਟ ਕਿਹੜੀ ਬਣਾਉਣੀ ਹੈ ਇਹ ਵੀ ਸਿਲੈਕਟ ਕਰਨੀ ਹੈ ਮਾਰਕੀਟ ਦੇ ਹਿਸਾਬ ਨਾਲ, ਲੋਕਲ ਏਰੀਏ ਦੇ ਹਿਸਾਬ ਨਾਲ, ਉੱਥੇ ਰਾ ਮਟੀਰੀਅਲ ਦੇ ਅਵੇਲੇਬਿਲਿਟੀ ਦੇ ਹਿਸਾਬ ਨਾਲ ਵੀ ਕਿਹੜੀ ਚੀਜ਼ ਅਸੀਂ ਬਣਾ ਸਕੀਏ ਅਤੇ ਕਿਹੜੀ ਪਹਿਲਾਂ ਇੱਥੋਂ ਸਮਾਨ ਮਿਲ ਜਾਏਗਾ, ਕਿਹੜੀ ਚੀਜ਼ ਦਾ ਲੇਬਰ ਮਿਲ ਜਾਏਗੀ, ਵਰਕਰ ਸਕਿਲਡ ਮਿਲ ਜਾਣਗੇ ਅਤੇ ਕਿਹੜੀ ਚੀਜ਼ ਆਰਾਮ ਨਾਲ ਵਿਕ ਜਾਏਗੀ। ਦੈਨ ਸਿਲੈਕਸ਼ਨ ਆਫ ਔਰਗੇਨਾਈਜੇਸ਼ਨ, ਕਿਸ ਤਰ੍ਹਾਂ ਦੀ ਔਰਗੇਨਾਈਜੇਸ਼ਨ ਬਣਾਉਣੀ ਹੈ, ਪਾਰਟਨਰਸ਼ਿਪ ਕਰਨੀ ਹੈ ਕਿ ਆਪਣਾ ਇੰਡੀਵਿਜੂਅਲ ਬਣਾਉਣਾ ਹੈ ਜਾਂ ਲਿਮਟਿਡ ਬਣਾਉਣਾ ਹੈ, ਕਿਸ ਤਰ੍ਹਾਂ ਉਸ ਨੂੰ ਕਰਨਾ ਹੈ, ਅਤੇ ਨਾਲ ਹੀ ਕਿਹੜੇ ਸਕੇਲ 'ਤੇ ਜਾਣਾ ਹੈ, ਮਾਈਕਰੋ 'ਤੇ ਜਾਣਾ ਹੈ, ਸਮਾਲ 'ਤੇ ਜਾਣਾ ਹੈ, ਮੀਡੀਅਮ 'ਤੇ ਜਾਣਾ ਹੈ। ਇਸ ਸੋਚਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਪ੍ਰੀਪਰੇਸ਼ਨ ਆਫ ਪ੍ਰੋਜੈਕਟ ਰਿਪੋਰਟ ਬਣਾਉਣੀ ਪੂਰਾ, ਕਿ ਕਿੰਨਾ ਲੈਂਡ ਹੋਊਗੀ, ਕਿੰਨਾ ਉੱਥੇ ਪਲਾਂਟ ਦਾ ਆਪਣੇ ਲੱਗੇਗਾ ਖਰਚਾ, ਮਸ਼ੀਨਰੀ ਦਾ ਖਰਚਾ ਕਿੰਨਾ ਹੋਏਗਾ। ਦੈਨ ਉੱਥੇ ਕਿੰਨੇ ਤਰ੍ਹਾਂ ਦੇ ਵਰਕਰ ਹੋਣਗੇ, ਕਿੱਥੋਂ ਕੀ ਚੀਜ਼ ਬਣੇਗੀ, ਕਿਹੜਾ ਰਾ ਮਟੀਰੀਅਲ ਕਿੱਥੋਂ ਆਏਗਾ, ਕਿੰਨੇ ਦਾ ਆਏਗਾ, ਕਿੰਨੇ ਦੀ ਚੀਜ਼ ਵੇਚਾਂਗੇ, ਕਿਹਨੂੰ ਵੇਚਾਂਗੇ, ਕਿੰਨਾ ਪ੍ਰੋਫਿਟ ਲਾਂਗੇ, ਇਹ ਸਾਰਾ ਇੱਕ ਪ੍ਰੋਜੈਕਟ ਰਿਪੋਰਟ ਦੀ ਡਿਟੇਲ। ਇਹ ਵੀ ਅੱਗੇ ਆਪਣਾ ਇਸ ਦਾ ਨੈਕਸਟ ਪਾਰਟ ਹੋਏਗਾ, ਉਦੋਂ ਸਟੱਡੀ ਕਰਾਂਗੇ। ਲੋਕੇਸ਼ਨ ਆਫ ਐਂਟਰਪ੍ਰਾਈਜ਼, ਕਿਹੜੀ ਥਾਂ 'ਤੇ ਜਿਹੜੀ ਹੈ ਇੰਡਸਟਰੀ ਲਗਾਉਣੀ ਹੈ, ਉਸ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣੀ ਹੈ ਡਿਸਟ੍ਰਿਕਟ ਇੰਡਸਟਰੀ ਸੈਂਟਰ ਤੋਂ। ਫਾਈਨਾਂਸ ਦਾ ਅਰੇਂਜਮੈਂਟ ਕਰਨਾ ਹੈ। ਅਰੇਂਜਮੈਂਟ ਆਫ ਮਸ਼ੀਨਰੀ ਐਂਡ ਟੈਕਨੋਲੋਜੀ, ਕਿੱਥੋਂ ਲਿਆਉਣੀ ਹੈ, ਕਦੋਂ ਲਿਆਉਣੀ ਹੈ। ਪਾਵਰ ਐਂਡ ਵਾਟਰ ਕਨੈਕਸ਼ਨ ਅਪਲਾਈ ਕਰਨਾ ਹੈ। ਰਿਕਰੂਟਮੈਂਟ ਆਫ ਵਰਕਰਸ ਕਰਨੀ ਹੈ। ਰਾ ਮਟੀਰੀਅਲ ਪ੍ਰੋਕਿਉਰਮੈਂਟ ਕਰਨਾ ਹੈ। ਇੰਸਟਾਲੇਸ਼ਨ ਕਰਨੀ ਹੈ ਜੋ ਪਲਾਂਟ ਐਂਡ ਮਸ਼ੀਨਰੀ ਅਰੇਂਜ ਕੀਤਾ ਹੈ। ਫਿਰ ਮਾਰਕੀਟਿੰਗ ਕਰਨੀ ਹੈ ਅਤੇ ਪ੍ਰੋਫਿਟ ਜਨਰੇਸ਼ਨ। ਇਹ ਸਾਰਾ ਕੁਛ, ਇਹ ਸਾਰੇ ਸਟੈਪ ਨੇ ਇੰਡਸਟਰੀ ਨੂੰ ਸ਼ੁਰੂ ਕਰਨ ਦੇ। ਇਹ ਸਾਰਿਆਂ ਦੇ ਵਿੱਚ ਬੜੇ ਧਿਆਨ ਨਾਲ
ਸਾਰੇ ਸਟੈਪ ਇੱਕ ਸਟੈਪ 'ਤੇ ਪੂਰੀ ਮਿਹਨਤ ਕਰਨ ਦੀ ਲੋੜ ਹੁੰਦੀ ਹੈ, ਤਾਂ ਜਾ ਕੇ ਇੰਡਸਟਰੀ ਜਿਹੜੀ ਹੈ ਸਫਲ ਹੁੰਦੀ ਹੈ। ਪਹਿਲਾਂ ਇੰਡਸਟਰੀ ਲਾਣੀ ਬਹੁਤ ਔਖੀ ਹੈ, ਪਰ ਫਿਰ ਵੀ ਲਾਉਣ ਤੋਂ ਬਾਅਦ ਚਲਾਉਣਾ ਇੰਡਸਟਰੀ ਨੂੰ ਬਹੁਤ ਜ਼ਿਆਦਾ ਔਖਾ ਹੈ। ਪਰ ਉਸ ਦੇ ਲਈ ਜੇ ਧਿਆਨ ਨਾਲ ਕਰਿਆ ਜਾਵੇ ਕੰਮ, ਤਾਂ ਕੁਝ ਵੀ ਔਖਾ ਨਹੀਂ ਹੈਗਾ। ਹਿੰਮਤ ਦੇ ਅੱਗੇ ਸਾਰਾ ਕੁਝ ਜਿਹੜਾ ਹੈਗਾ ਉਹ ਫਿਰ ਸਾਰੀਆਂ ਮੁਸੀਬਤਾਂ ਪਰੇ ਹੋ ਜਾਂਦੀਆਂ, ਅਤੇ ਜੋ ਇਨਸਾਨ ਧਾਰ ਲੈਂਦਾ ਹੈ ਕਿ ਮੈਂ ਇਹ ਕੰਮ ਕਰਨਾ ਹੀ ਕਰਨਾ ਹੈ, ਤਾਂ ਉਹ ਲਾਜ਼ਮੀ ਤੌਰ 'ਤੇ ਸਫਲ ਹੁੰਦਾ ਹੈ। ਰਜਿਸਟ੍ਰੇਸ਼ਨ ਆਫ ਸਮਾਲ ਔਰ ਮਾਈਕਰੋ ਸਕੇਲ ਇੰਡਸਟਰੀ, ਇਹ ਜਿਹੜੀ ਜਦੋਂ ਰਜਿਸਟ੍ਰੇਸ਼ਨ ਕਰਾਉਣੀ ਹੈ, ਪਹਿਲਾਂ ਇੱਕ ਪ੍ਰੋਵੀਜ਼ਨਲ, ਜਿਹਨੂੰ ਆਪਾਂ ਕੱਚੀ ਰਜਿਸਟ੍ਰੇਸ਼ਨ ਕਹਿੰਦੇ ਹਾਂ, ਉਹ ਵੀ DIC ਡਿਸਟ੍ਰਿਕਟ ਇੰਡਸਟਰੀ ਸੈਂਟਰ ਉੱਥੇ ਹੁੰਦੀ ਹੈ। ਫਿਰ ਪਰਮਾਨੈਂਟ ਰਜਿਸਟ੍ਰੇਸ਼ਨ ਵੀ ਉੱਥੇ ਹੁੰਦੀ ਹੈ, ਜਿੱਥੇ ਡਿਸਟ੍ਰਿਕਟ ਇੰਡਸਟਰੀ ਸੈਂਟਰ ਦੇ ਵਿੱਚ ਪ੍ਰੋਵੀਜ਼ਨਲ ਹੁੰਦੀ ਇੰਡਸਟਰੀ ਲਾਉਣ ਤੋਂ ਪਹਿਲਾਂ, ਅਤੇ ਪਰਮਾਨੈਂਟ ਇੰਡਸਟਰੀ ਲਾਉਣ ਤੋਂ ਬਾਅਦ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਨੈਂਟ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੁੰਦੀ ਹੈ। ਕੈਂਸਲੇਸ਼ਨ ਹੈ ਜਦੋਂ ਕੋਈ ਗਲਤੀ ਕਰਦਾ ਬੰਦਾ, ਤਾਂ ਜੋ DIC ਹੈ ਉਸ ਰਜਿਸਟ੍ਰੇਸ਼ਨ ਨੂੰ ਕੈਂਸਲ ਵੀ ਕਰ ਸਕਦਾ ਹੈ। ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਟੂ ਬੀ ਮੇਡ ਬਿਫੋਰ ਦਾ ਯੂਨਿਟ ਇਜ਼ ਸੈਟਅਪ ਕਰਨ ਤੋਂ ਪਹਿਲਾਂ ਜੋ ਰਜਿਸਟ੍ਰੇਸ਼ਨ ਕਰਵਾਉਣੀ ਹੈ ਉਹ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਹੁੰਦੀ ਹੈ। ਟੂ ਬੀ ਅਪਲਾਈਡ ਟੂ DIC ਅਲੋਂਗ ਵਿਦ ਡਾਕੂਮੈਂਟਸ ਰਿਕੁਆਇਰਡ ਲਾਈਕ ਐਪਲੀਕੇਸ਼ਨ ਫਾਰਮ, ਜੋ ਉਸ ਦਾ ਐਪਲੀਕੇਸ਼ਨ ਫਾਰਮ ਨਿਰਧਾਰਿਤ ਹੈ ਉਸ ਨੂੰ ਪੂਰੀ ਤਰ੍ਹਾਂ ਭਰ ਕੇ ਦੇਣਾ। ਪ੍ਰੋਜੈਕਟ ਪ੍ਰੋਫਾਈਲ, ਪ੍ਰੋਜੈਕਟ ਰਿਪੋਰਟ, ਫੋਟੋਗ੍ਰਾਫਸ, ਪ੍ਰੂਫਸ ਰਿਕੁਆਇਰਡ, ਜਿਹਦੇ 'ਚ ਆਧਾਰ ਕਾਰਡ ਵਗੈਰਾ ਕੋਈ ਵੀ ਸਾਡਾ ਪ੍ਰੂਫ ਹੈ। ਐਫੀਡੇਵਿਟ ਦੇਣਾ ਹੈ ਕਿ ਅਸੀਂ ਸਾਰਾ ਕੰਮ ਠੀਕ ਕਰਾਂਗੇ, ਰੂਲਾਂ ਮੁਤਾਬਕ ਕਰਾਂਗੇ। ਜੇਕਰ ਪਾਰਟਨਰਸ ਹੈਗੇ ਆ ਤਾਂ ਪਾਰਟਨਰ ਦੀ ਜੋ ਆਪਸ 'ਚ ਡੀਡ ਹੋਈ ਹੈ, ਮੈਮੋਰੰਡਮ ਜੋ ਬਣਾਇਆ ਗਿਆ ਉਸ ਦਾ, ਸੁਸਾਇਟੀ ਜੇਕਰ ਕੋਈ ਬਣਾਈ ਹੈ, ਉਹ ਸਾਰਾ ਕੁਝ ਬਣਾ ਕੇ ਆਪਣੇ ਜੋ ਕੰਮ ਜਿਸ ਨੂੰ ਕਰਾਉਣਾ ਇੰਡਸਟਰੀ ਨੂੰ, ਉਸ ਨੂੰ ਪ੍ਰੋਵੀਜ਼ਨਲੀ ਰਜਿਸਟ੍ਰੇਸ਼ਨ ਕਰਾਉਣਾ ਸੁਸਾਇਟੀ ਨੂੰ। ਇਹ 1 ਸਾਲ ਹੀ ਵੈਲਿਡ ਹੁੰਦਾ, ਪਰ ਇਸ ਨੂੰ ਜੇਕਰ ਅਜੇ ਕੰਮ ਪੂਰੀ ਤਰ੍ਹਾਂ ਨਹੀਂ ਹੋਇਆ ਤਾਂ 2 ਸਾਲ ਤੱਕ ਇਸ ਨੂੰ ਐਕਸਟੈਂਸ਼ਨ ਵੀ ਲਈ ਜਾ ਸਕਦੀ ਹੈ। ਐਡਵਾਂਟੇਜਸ ਆਫ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ, ਇਸ ਦੇ ਫਾਇਦੇ ਕੀ ਹੁੰਦੇ ਹੈ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਕਰਾਉਣ ਦੇ? ਟੂ ਅਪਲਾਈ ਏ ਪਲਾਟ ਇਨ ਐਨੀ ਇੰਡਸਟਰੀਅਲ ਅਸਟੇਟ, ਕਿਸੇ ਇੰਡਸਟਰੀਅਲ ਅਸਟੇਟ ਕੋਈ ਜਿੱਥੇ ਜ਼ਿਆਦਾ ਇੰਡਸਟਰੀਆਂ ਲੱਗ ਰਹੀਆਂ, ਉੱਥੇ ਪਲਾਟ ਅਪਲਾਈ ਕਰ ਸਕਦੇ ਹਾਂ, ਪਲਾਟ ਅਲਾਟ ਕਰਵਾ ਸਕਦੇ ਹਾਂ। ਮਿਊਨਸੀਪਲ ਅਥਾਰਟੀਜ਼ ਨੂੰ ਜਿਹੜੇ ਕੋਈ ਆਪਾਂ ਕਨੈਕਸ਼ਨ ਲੈਣੇ ਹੈ, ਕੋਈ NOC ਲੈਣੇ ਹੈ, ਉਹ ਅਪਲਾਈ ਕਰ ਸਕਦੇ ਹਾਂ। ਪੋਲਿਊਸ਼ਨ ਬੋਰਡ ਨੂੰ ਉੱਥੇ ਅਸੀਂ ਦੇ ਸਕਦੇ ਹਾਂ NOC ਲੈਣ ਵਾਸਤੇ। ਟੂ ਅਪਲਾਈ ਪਾਵਰ, ਬਿਜਲੀ ਬੋਰਡ ਤੋਂ, ਪਾਵਰਕੌਮ ਤੋਂ ਪਾਵਰ ਕਨੈਕਸ਼ਨ ਲੈਣਾ ਹੈ, ਵਾਟਰ ਕਨੈਕਸ਼ਨ ਲੈਣਾ ਹੈ, ਜਿੱਥੋਂ ਮਿਊਨਸੀਪਲ ਕਾਰਪੋਰੇਸ਼ਨ ਤੋਂ, ਇੰਪਰੂਵਮੈਂਟ ਟਰਸਟ ਤੋਂ, ਉਸ ਨੂੰ ਅਪਲਾਈ ਕਰ ਸਕਦੇ ਹਾਂ। ਟੂ ਅਪਲਾਈ ਫੋਰ ਫਾਈਨੈਂਸ਼ੀਅਲ ਅਸਿਸਟੈਂਸ ਟੂ ਬੈਂਕ ਤੋਂ ਲੋਨ ਲੈਣ ਵਾਸਤੇ ਅਸੀਂ ਆਪਣਾ ਇਹ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਦਿਖਾ ਕੇ ਲੋਨ ਆਰਾਮ ਨਾਲ ਮਿਲ ਜਾਂਦਾ ਹੈ। ਟੂ ਅਬਟੇਨ ਰਜਿਸਟ੍ਰੇਸ਼ਨ ਫॉर GST, ਟੈਕਸ ਵਾਸਤੇ ਵੀ ਰਜਿਸਟ੍ਰੇਸ਼ਨ ਅਸੀਂ ਲੈ ਸਕਦੇ ਹਾਂ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਦੇ ਨਾਲ। ਟੂ ਇੰਪੋਰਟ ਰਾ ਮਟੀਰੀਅਲ, ਜੇਕਰ ਬਾਹਰੋਂ ਰਾ ਮਟੀਰੀਅਲ ਮੰਗਵਾਉਣਾ ਤਾਂ ਉਹ ਵੀ ਇਸ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਦੇ ਨਾਲ ਅਸੀਂ ਮੰਗਾ ਸਕਦੇ ਹਾਂ। ਹੋਰ ਜੋ ਫੈਸਿਲਿਟੀਜ਼ ਮਿਲਦੀਆਂ ਹੈਗੀਆਂ ਪ੍ਰੋਡਕਸ਼ਨ ਦੇ ਵਾਸਤੇ, ਉਹ ਸਾਰਿਆਂ ਦੇ ਲਈ ਐਲੀਜੀਬਲ ਹੋ ਜਾਂਦੇ ਹਾਂ, ਅਤੇ ਜੋ ਇਨਸੈਂਟਿਵਜ਼ ਨੇ ਉਹ ਵੀ ਸਾਰੇ ਇਸ ਦੇ ਨਾਲ ਅਸੀਂ ਐਲੀਜੀਬਲ ਹੋ ਜਾਂਦੇ ਹਾਂ। ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਦੇ ਨਾਲ ਜੋ ਵੀ ਕੋਈ ਸਰਕਾਰ ਵੱਲੋਂ ਸਕੀਮਜ਼ ਹੈ ਉਹ ਸਾਰਿਆਂ ਦੇ ਪਾਤਰ ਬਣ ਜਾਂਦੇ ਆ। ਪਰਮਾਨੈਂਟ ਰਜਿਸਟ੍ਰੇਸ਼ਨ ਦੇ ਲਈ ਜਦੋਂ ਸਾਰੇ ਸਟੈਪ ਪੂਰੇ ਕਰ ਲਏ ਜਾਂਦੇ ਨੇ, ਨਵਾਂ ਯੂਨਿਟ ਸ਼ੁਰੂ ਹੋਣ ਵਾਸਤੇ ਜਗ੍ਹਾ ਲੈ ਲਈ, ਮਸ਼ੀਨਾਂ ਮੰਗਾ ਲਈਆਂ, ਮਸ਼ੀਨਾਂ ਇੰਸਟਾਲ ਕਰਤੀਆਂ, ਸਾਰਾ ਕੁਝ ਜਦੋਂ ਅਸੀਂ ਕਰ ਲੈਂਦੇ ਹਾਂ, NOC ਵਗੈਰਾ ਆ ਗਏ, ਤਾਂ ਫਿਰ ਅਸੀਂ ਪੱਕੀ ਰਜਿਸਟ੍ਰੇਸ਼ਨ ਯਾਨੀ ਪਰਮਾਨੈਂਟ ਰਜਿਸਟ੍ਰੇਸ਼ਨ ਦੇ ਲਈ ਅਪਲਾਈ ਕਰਦੇ ਹਾਂ। ਅਤੇ ਉਹ ਸਾਰਾ ਜੋ ਹੈ ਉਸ ਦੇ ਲਈ ਵੀ ਜੋ ਫਾਰਮ ਹੈ, ਨਿਰਧਾਰਿਤ ਫਾਰਮ ਹੈ, ਉਸ ਦੇ ਨਾਲ ਸਾਰੇ ਪ੍ਰੂਫ, ਪਰਚੇਜ ਆਫ ਮਸ਼ੀਨਰੀ, ਉਸ ਦੇ ਬਿੱਲ ਲਗਾ ਕੇ, ਐਫੀਡੇਵਿਟ ਸਾਰੇ ਜਿਹੜੇ ਨਿਰਧਾਰਿਤ ਨੇ, ਰਜਿਸਟ੍ਰੇਸ਼ਨ ਔਰ ਰੈਂਟ ਡੀਡ, ਜੇ ਅਸੀਂ ਜਗ੍ਹਾ ਖਰੀਦੀ ਹੈ ਤਾਂ ਉਹਦੀ ਰਜਿਸਟਰੀ, ਜੇ ਰੈਂਟ 'ਤੇ ਲਈ ਹੈ ਤਾਂ ਮਾਲਕ ਦੀ ਰਜਿਸਟਰੀ, ਅਤੇ ਉਹਦੇ ਨਾਲ ਜੋ ਸਾਡਾ ਇਕਰਾਰਨਾਮਾ ਹੋਇਆ ਕਿਰਾਏ ਬਾਰੇ, NOCs ਫਰੋਮ ਵੇਰੀਅਸ ਏਜੰਸੀਜ਼, ਬਿਜਲੀ ਬੋਰਡ ਦਾ ਜੋ ਅਸੀਂ NOC ਲਿਆ, ਪਾਵਰ ਦਾ, ਆਪਣੇ ਪਾਣੀ ਦਾ ਜੋ NOC ਲਿਆ ਜਾਂ ਕਨੈਕਸ਼ਨ ਲਿਆ, ਪੋਲਿਊਸ਼ਨ ਕੰਟਰੋਲ ਬੋਰਡ ਤੋਂ ਲਿਆ, ਟੈਕਸ ਦੇ ਜੋ ਵੀ ਅਸੀਂ ਨੰਬਰ ਲਏ ਸਾਰੇ ਰਜਿਸਟ੍ਰੇਸ਼ਨ, ਉਹ ਸਾਰੀਆਂ, ਅਤੇ ਜੋ ਵੀ ਲਾਇਸੈਂਸ ਅਸੀਂ ਲਏ ਨੇ ਉਹ ਸਾਰੇ ਹੀ ਜੋ ਪ੍ਰੂਫ ਨਾਲ ਲਾ ਕੇ ਅਪਲਾਈ ਕੀਤਾ ਜਾਂਦਾ। ਉਸ ਤੋਂ ਬਾਅਦ ਡਿਸਟ੍ਰਿਕਟ ਇੰਡਸਟਰੀ ਸੈਂਟਰ ਇੰਸਪੈਕਸ਼ਨ ਕਰਦਾ ਹੈ। ਸੈਟਿਸਫੈਕਟਰੀ ਇੰਸਪੈਕਸ਼ਨ ਹੋਣ ਤੋਂ ਬਾਅਦ ਪਰਮਾਨੈਂਟ ਰਜਿਸਟ੍ਰੇਸ਼ਨ ਉੱਥੇ ਮਿਲ ਜਾਂਦੀ ਹੈ।
ਇਹ ਸਿਰਫ ਵਨ ਟਾਈਮ ਪ੍ਰੋਸੈਸ ਹੈ, ਇਸ ਦੀ ਦੁਬਾਰਾ ਰਿਨਿਊਅਲ ਨਹੀਂ ਕਰਵਾਈ ਜਾਂਦੀ। ਕੈਂਸਲੇਸ਼ਨ ਆਫ ਰਜਿਸਟ੍ਰੇਸ਼ਨ, ਕੁਛ ਕਾਰਨ ਜਦੋਂ ਹੁੰਦੇ ਨੇ ਤਾਂ ਰਜਿਸਟ੍ਰੇਸ਼ਨ ਕੈਂਸਲ ਵੀ ਹੋ ਜਾਂਦੀ ਹੈ। ਇੱਕ ਤਾਂ ਇਹ ਹੈ ਕਿ ਲਗਾਤਾਰ 1 ਸਾਲ ਤੋਂ ਵੱਧ ਸਮੇਂ ਦੇ ਲਈ ਜੇ ਯੂਨਿਟ ਬੰਦ ਹੈ ਤਾਂ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀ ਜਾਂਦੀ ਹੈ। ਜੇ ਕੋਈ ਗਲਤ ਇਨਫੋਰਮੇਸ਼ਨ ਦਿੱਤੀ ਗਈ ਤਾਂ ਵੀ DIC ਜੋ ਹੈ ਡਿਸਟ੍ਰਿਕਟ ਇੰਡਸਟਰੀ ਸੈਂਟਰ ਉਹ ਰਜਿਸਟ੍ਰੇਸ਼ਨ ਨੂੰ ਕੈਂਸਲ ਕਰ ਦਿੰਦਾ ਹੈ। ਜੇਕਰ ਰਾ ਮਟੀਰੀਅਲ ਦਾ ਮਿਸਯੂਜ ਕੀਤਾ ਕਿ ਮੰਗਾਇਆ ਇੰਡਸਟਰੀ ਵਾਸਤੇ, ਯੂਜ ਕਿਤੇ ਹੋਰ ਕਰ ਲਿਆ, ਤਾਂ ਵੀ ਰਜਿਸਟ੍ਰੇਸ਼ਨ ਕੈਂਸਲ ਹੋ ਜਾਂਦੀ ਹੈ। ਜਾਂ ਜਦੋਂ ਕੰਮ ਵੱਧ ਜੇ, ਮਸ਼ੀਨਰੀ ਐਂਡ ਪਲਾਂਟ ਐਂਡ ਮਸ਼ੀਨਰੀ ਉਹ ਹੋਰ ਜੇ ਇਹਦੇ ਇੰਸਟਾਲ ਕਰ ਲਈ ਜਾਵੇ ਅਤੇ ਉਸ ਦੀ ਜੋ ਇਨਵੈਸਟਮੈਂਟ ਜਿਹੜੀ ਹੈ ਵੱਧ ਕੇ ਲਾਰਜ ਇੰਡਸਟਰੀ ਵਿੱਚ ਜਾਂ ਮੀਡੀਅਮ ਇੰਡਸਟਰੀ ਵਿੱਚ ਚਲੀ ਜਾਂਦੀ ਹੈ, ਤਾਂ ਵੀ ਇਹ ਰਜਿਸਟ੍ਰੇਸ਼ਨ ਉੱਥੋਂ ਕੈਂਸਲ ਕਰਕੇ ਮਾਈਕਰੋ ਜਾਂ ਸਮਾਲ ਤੋਂ ਅਗਲੇ ਵਿੱਚ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਕਹਿ ਦਿੱਤਾ ਜਾਂਦਾ ਅਤੇ ਇਹਦੇ ਜਿਹੜੀ ਮਾਈਕਰੋ ਜਾਂ ਸਮਾਲ ਵਾਲੀ ਰਜਿਸਟ੍ਰੇਸ਼ਨ ਹੈ ਉਹ ਕੈਂਸਲ ਹੋ ਜਾਂਦਾ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖ਼ਤਮ ਕਰਦੇ ਹਾਂ। ਇਸੇ ਹੀ ਲੜੀ ਦੇ ਜੋ 3 ਪਾਰਟ ਹੋਰ ਨੇ, ਉਹ 3 ਟੌਪਿਕ: ਅਸੈਸਮੈਂਟ ਆਫ ਡਿਮਾਂਡ ਐਂਡ ਸਪਲਾਈ ਇਨ ਪੋਟੈਂਸ਼ੀਅਲ ਏਰੀਆਜ਼ ਆਫ ਗਰੋਥ, ਅੰਡਰਸਟੈਂਡਿੰਗ ਬਿਜ਼ਨਸ ਅਪਰਚੁਨਿਟੀ, ਕੰਸੀਡਰੇਸ਼ਨ ਇਨ ਪ੍ਰੋਡਕਟ ਸਿਲੈਕਸ਼ਨ, ਇਸੇ ਪਾਰਟ ਦੇ ਜੋ ਸੈਟਅਪ ਆਫ ਇੰਡਸਟਰੀ ਵਗੈਰਾ, ਮਾਰਕੀਟ ਸਰਵੇ, ਇਸ ਨੂੰ ਆਪਾਂ ਅੱਗੇ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।